ਓਮ ਸ਼ਾਂਤੀ। ਅੱਜ ਸੁਣਦੇ ਹਾਂ 2 ਅਪ੍ਰੈਲ 2024 ਦੇ ਬਾਬਾ ਦੀ ਸਾਕਾਰ ਮਹਵਾਕ। ਬਾਬਾ ਬੋਲੇ, ਮਿੱਠੇ ਬੱਚੇ, ਹੋਰ ਸੰਗ ਤੋੜ, ਇੱਕ ਸੰਗ ਜੋੜੋ। ਭਾਈ ਭਾਈ ਦੀ ਦ੍ਰਿਸ਼ਟੀ ਨਾਲ ਦੇਖੋ, ਦੀ ਨਹੀਂ ਦੇਖੋ। ਦ੍ਰਿਸ਼ਟੀ ਵਿਗੜੇਗੀ ਨਹੀਂ, ਬਾਣੀ ਵਿੱਚ ਤਾਕਤ ਰਹੇਗੀ। ਪ੍ਰਸ਼ਨ ਹੈ, ਬਾਪ ਬੱਚਿਆਂ ਦਾ ਕਰਜ਼ਦਾਰ ਹੈ ਜਾਂ ਬੱਚੇ ਬਾਪ ਦੇ? ਬਾਪ ਬੱਚਿਆਂ ਦਾ ਕਰਜ਼ਦਾਰ ਹੈ ਜਾਂ ਬੱਚੇ ਬਾਪ ਦੇ? ਉੱਤਰ, ਤੁਸੀਂ ਬੱਚੇ ਤਾਂ ਅਧਿਕਾਰੀ ਹੋ, ਬਾਪ ਤੁਹਾਡਾ ਕਰਜ਼ਦਾਰ ਹੈ। ਤੁਸੀਂ ਬੱਚੇ ਦਾਨ ਦਿੰਦੇ ਹੋ, ਤੁਹਾਨੂੰ ਇੱਕ ਦਾ 100 ਗੁਣਾ ਬਾਪ ਨੂੰ ਦੇਣਾ ਪੈਂਦਾ ਹੈ। ਈਸ਼ਵਰ ਅਰਥ ਤੁਸੀਂ ਜੋ ਦਿੰਦੇ ਹੋ, ਦੂਜੇ ਜਨਮ ਵਿੱਚ ਉਸ ਦਾ ਰਿਟਰਨ ਮਿਲਦਾ ਹੈ। ਤੁਸੀਂ ਚਾਵਲ ਮੁੱਠੀ ਦੇ ਕੇ ਵਿਸ਼ਵ ਦਾ ਮਾਲਿਕ ਬਣਦੇ ਹੋ। ਤੁਹਾਨੂੰ ਕਿੰਨਾ ਫਰਾਕ ਦਿਲ ਹੋਣਾ ਚਾਹੀਦਾ ਹੈ। ਮੈਂ ਬਾਬਾ ਨੂੰ ਦਿੱਤਾ, ਇਹ ਖਿਆਲ ਕਦੇ ਨਹੀਂ ਆਉਣਾ ਚਾਹੀਦਾ। ਓਮ ਸ਼ਾਂਤੀ। ਮਿਊਜ਼ੀਅਮ ਪ੍ਰਦਰਸ਼ਨੀ ਵਿੱਚ ਸਮਝਾਉਣਾ ਪੈਂਦਾ ਹੈ, ਇਹ ਹੈ ਪੁਰਸ਼ੋਤਮ ਸੰਗਮ ਯੁੱਗ। ਸਮਝਦਾਰ ਤਾਂ ਸਿਰਫ ਤੁਸੀਂ ਹੀ ਹੋ। ਸਭ ਨੂੰ ਕਿੰਨਾ ਸਮਝਾਉਣਾ ਪੈਂਦਾ ਹੈ ਕਿ ਇਹ ਪੁਰਸ਼ੋਤਮ ਸੰਗਮ ਯੁੱਗ ਹੈ। ਸਭ ਤੋਂ ਜ਼ਿਆਦਾ ਸਰਵਿਸ ਸਥਾਨ ਹੈ ਮਿਊਜ਼ੀਅਮ, ਜਿੱਥੇ ਬਹੁਤ ਲੋਕੀ ਆਉਂਦੇ ਨੇ। ਚੰਗੇ ਸਰਵਿਸੇਬਲ ਬੱਚੇ ਬਹੁਤ ਘੱਟ ਨੇ। ਸਰਵਿਸ ਸਟੇਸ਼ਨ ਸਭ ਸੈਂਟਰ 'ਤੇ ਨੇ। ਦਿੱਲੀ ਵਿੱਚ ਵੀ ਲਿਖਿਆ ਹੋਇਆ ਹੈ ਸਪਿਰਿਚੁਅਲ ਮਿਊਜ਼ੀਅਮ। ਇਸ ਦਾ ਠੀਕ ਅਰਥ ਨਹੀਂ ਨਿਕਲਦਾ। ਬਹੁਤ ਲੋਕ ਪ੍ਰਸ਼ਨ ਪੁੱਛਦੇ ਨੇ, ਤੁਸੀਂ ਭਾਰਤ ਦੀ ਕੀ ਸੇਵਾ ਕਰ ਰਹੇ ਹੋ? ਭਗਵਾਨੋ, ਵਾਚ ਹੈ ਨਾ, ਇਹ ਹੈ ਫੋਰੈਸਟ, ਜੰਗਲ। ਤੁਸੀਂ ਇਸ ਸਮੇਂ ਸੰਗਮ 'ਤੇ ਹੋ, ਨਾ ਹੋ ਫੋਰੈਸਟ ਦੇ, ਨਾ ਹੋ ਗਾਰਡਨ ਦੇ, ਨਾ ਜੰਗਲ ਵਿੱਚ, ਨਾ ਬਗੀਚੇ ਵਿੱਚ। ਹੁਣ ਗਾਰਡਨ ਵਿੱਚ ਜਾਣ ਦਾ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਇਸ ਰਾਵਣ ਰਾਜੇ ਨੂੰ ਰਾਮ ਰਾਜੇ ਬਣਾ ਰਹੇ ਹੋ। ਤੁਹਾਡੇ ਤੋਂ ਪ੍ਰਸ਼ਨ ਪੁੱਛਦੇ ਨੇ, ਇੰਨਾ ਖਰਚਾ ਕਿੱਥੋਂ ਆਇਆ? ਬੋਲੋ, ਅਸੀਂ ਸਾਰਾ ਖਰਚਾ ਬੀਕੇ ਹੀ ਕਰਦੇ। ਰਾਮ ਰਾਜ ਦੀ ਸਥਾਪਨਾ ਹੋ ਰਹੀ ਹੈ। ਤੁਸੀਂ ਥੋੜ੍ਹਾ ਜਿਹਾ ਆ ਕੇ ਸਮਝੋ, ਅਸੀਂ ਕੀ ਕਰ ਰਹੇ ਹਾਂ, ਸਾਡੀ ਏਮ ਆਬਜੈਕਟ ਕੀ ਹੈ। ਉਹ ਲੋਕ ਸਾਵਰਨਟੀ ਨੂੰ ਮੰਨਦੇ ਨਹੀਂ, ਇਸ ਲਈ ਰਾਜਾਵਾਂ ਦੀ ਰਾਜਾਈ ਖਤਮ ਕਰ ਦਿੱਤੀ। ਇਸ ਸਮੇਂ ਉਹ ਵੀ ਤਮੋ ਪ੍ਰਧਾਨ ਬਣ ਗਏ ਨੇ, ਇਸ ਲਈ ਚੰਗੇ ਨਹੀਂ ਲੱਗਦੇ। ਉਹਨਾਂ ਦਾ ਵੀ ਡਰਾਮਾ ਅਨੁਸਾਰ ਦੋਸ਼ ਨਹੀਂ। ਜੋ ਕੁਛ ਡਰਾਮਾ 'ਚ ਹੁੰਦਾ ਹੈ ਉਹੀ ਅਸੀਂ ਪਾਠ ਵਜਾਉਂਦੇ ਹਾਂ। ਕਲਪ ਕਲਪ ਬਾਪ ਦੁਆਰਾ ਸਥਾਪਨਾ ਦਾ ਇਹ ਪਾਠ ਚੱਲਦਾ ਰਹਿੰਦਾ ਹੈ। ਖਰਚਾ ਵੀ ਤੁਸੀਂ ਬੱਚੇ ਕਰਦੇ ਹੋ ਆਪਣੇ ਲਈ। ਸ਼੍ਰੀਮਤ 'ਤੇ ਆਪਣਾ ਖਰਚਾ ਕਰ ਸਤਜੁਗੀ ਰਾਜ ਧਨੀ ਬਣਾ ਰਹੇ ਹੋ। ਹੋਰ ਕਿਸੇ ਨੂੰ ਪਤਾ ਨਹੀਂ ਤੁਹਾਡਾ ਨਾਮ ਮਸ਼ਹੂਰ ਹੈ। ਅਨਨੋਨ ਵਾਰੀਅਸ। ਵਾਸਤਵ ਵਿੱਚ ਉਸ ਸੈਨਾ ਵਿੱਚ ਅਨਨੋਨ ਵਾਰੀਅਸ ਕੋਈ ਹੁੰਦਾ ਨਹੀਂ। ਸਿਪਾਹੀ ਲੋਕਾਂ ਦਾ ਰਜਿਸਟਰ ਰਹਿੰਦਾ ਹੈ। ਅਨਨੋਨ ਮਾਨਾ ਗੁਪਤ ਯੋਧੇ। ਬਾਬਾ ਨੇ ਕਿਹਾ ਉਸ ਸੈਨਾ ਵਿੱਚ ਕੋਈ ਗੁਪਤ ਯੋਧਾ ਹੁੰਦਾ ਨਹੀਂ, ਕਿਉਂਕਿ ਸਾਰੇ ਸਿਪਾਹੀਆਂ ਦੇ ਨਾਮ ਰਜਿਸਟਰ ਵਿੱਚ ਰਹਿੰਦੇ ਨੇ। ਵਾਸਤਵ ਵਿੱਚ ਅਨਨੋਨ ਵਾਰੀਅਸ ਤੁਸੀਂ ਹੋ। ਤੁਹਾਡਾ ਕੋਈ ਰਜਿਸਟਰ ਵਿੱਚ ਨਾਮ ਨਹੀਂ ਹੈ। ਤੁਹਾਡੇ ਕੋਲ ਕੋਈ ਹਥਿਆਰ ਪਾਵਰ ਵੀ ਨਹੀਂ ਹੈ। ਇਸ ਵਿੱਚ ਜਿਸਮਾਨੀ ਹਿੰਸਾ ਦੀ ਗੱਲ ਨਹੀਂ। ਯੋਗ ਬਲ ਨਾਲ ਤੁਸੀਂ ਵਿਸ਼ਵ ਤੇ ਮਾਲਿਕ ਬੰਦੇ ਹੋ। ਈਸ਼ਵਰ ਸਰਵ ਸ਼ਕਤੀਮਾਨ ਹੈ ਨਾ, ਯਾਦ ਨਾਲ ਤੁਸੀਂ ਸ਼ਕਤੀ ਲੈ ਰਹੇ ਹੋ। ਸਤੋ ਪ੍ਰਧਾਨ ਬਣਨ ਦੇ ਲਈ ਤੁਸੀਂ ਬਾਪ ਨਾਲ ਯੋਗ ਲਗਾਉਂਦੇ ਹੋ। ਤੁਸੀਂ ਸਤੋ ਪ੍ਰਧਾਨ ਬਣੋਗੇ ਤਾਂ ਰਾਜ ਵੀ ਸਤੋ ਪ੍ਰਧਾਨ ਚਾਹੀਦਾ ਹੈ ਨਾ। ਸੋ ਤੁਸੀਂ ਸ਼੍ਰੀਮਤ 'ਤੇ ਸਥਾਪਨ ਕਰਦੇ ਹੋ। ਇਨਕਾਗਨਿਟੋ ਯਾਨੀ ਗੁਪਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਦੇਖਣ ਵਿੱਚ ਨਾ ਆਉਣ। ਤੁਸੀਂ ਸ਼ਿਵ ਬਾਬਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ। ਤੁਸੀਂ ਵੀ ਗੁਪਤ, ਸ਼ਕਤੀ ਵੀ ਤੁਸੀਂ ਗੁਪਤ ਲੈ ਰਹੇ ਹੋ। ਤੁਸੀਂ ਸਮਝਦੇ ਹੋ ਕਿ ਅਸੀਂ ਪਤਿਤ ਤੋਂ ਪਾਵਨ ਬਣ ਰਹੇ ਹਾਂ। ਪਾਵਨ ਵਿੱਚ ਸ਼ਕਤੀ ਹੁੰਦੀ ਹੈ।
ਤੁਸੀਂ ਸਾਜਗ ਵਿੱਚ ਸਭ ਪਾਵਨ ਹੋਵੋਗੇ। ਉਹਨਾਂ ਦੇ 84 ਜਨਮਾਂ ਦੀ ਕਹਾਣੀ ਬਾਪ ਬੈਠ ਸਮਝਾਉਂਦੇ ਨੇ। ਤੁਸੀਂ ਬਾਪ ਤੋਂ ਸ਼ਕਤੀ ਲੈ ਪਵਿੱਤਰ ਬਣ ਪਵਿੱਤਰ ਦੁਨੀਆ ਵਿੱਚ ਜਾ ਕੇ ਰਾਜ ਕਰੋਗੇ। ਬਾਪੂ ਬਣ ਨਾਲ ਕੋਈ ਵਿਸ਼ਵ ਤੇ ਜੀਤ ਪਾ ਨਹੀਂ ਸਕਦਾ। ਇਹ ਹੈ ਯੋਗ ਬਲ ਦੀ ਗੱਲ। ਉਹ ਲੜਦੇ ਨੇ, ਰਾਜ ਤੁਹਾਡੇ ਹੱਥ ਹੀ ਆਣਾ ਹੈ। ਬਾਪ ਸਰਵ ਸ਼ਕਤੀਵਾਨ ਹੈ, ਉਹਨਾਂ ਤੋਂ ਸ਼ਕਤੀ ਮਿਲਣੀ ਚਾਹੀਦੀ ਹੈ। ਤੁਸੀਂ ਬਾਪ ਨੂੰ ਔਰ ਬਾਪ ਦੀ ਰਚਨਾ ਦੇ ਆਦਿ ਅਤੇ ਅੰਤ ਨੂੰ ਸਭ ਨੂੰ ਜਾਣਦੇ ਹੋ। ਤੁਸੀਂ ਜਾਣਦੇ ਹੋ ਅਸੀਂ ਹੀ ਸਵਦਰਸ਼ਨ ਚੱਕਰਧਾਰੀ ਹਾਂ, ਪਰ ਇਹ ਸਭ ਨੂੰ ਸਮ੍ਰਿਤੀ ਨਹੀਂ ਰਹਿੰਦੀ। ਤੁਸੀਂ ਬੱਚਿਆਂ ਨੂੰ ਸਮ੍ਰਿਤੀ ਰਹਿਣੀ ਚਾਹੀਦੀ ਹੈ, ਕਿਉਂਕਿ ਤੁਸੀਂ ਬੱਚਿਆਂ ਨੂੰ ਹੁਣੇ ਨੌਲੇਜ ਮਿਲਦੀ ਹੈ। ਬਾਹਰ ਵਾਲੇ ਇਸ ਗੱਲ ਨੂੰ ਕੁਝ ਵੀ ਸਮਝ ਨਾ ਸਕਣ, ਇਸ ਲਈ ਉਹਨਾਂ ਨੂੰ ਸਭਾ ਵਿੱਚ ਨਹੀਂ ਬਿਠਾਇਆ ਜਾਂਦਾ। ਪਤਿਤ ਪਾਵਨ ਇੱਕ ਬਾਪ ਨੂੰ ਕਹਿੰਦੇ ਨੇ, ਪਰ ਕੋਈ ਆਪਣੇ ਆਪ ਨੂੰ ਪਤਿਤ ਸਮਝਦਾ ਨਹੀਂ ਹੈ। ਐਵੇਂ ਹੀ ਗਾਉਂਦੇ ਰਹਿੰਦੇ ਪਤਿਤ ਪਾਵਨ ਸੀਤਾਰਾਮ। ਤੁਸੀਂ ਸਭ ਬ੍ਰਾਈਡਸ ਹੋ, ਬਾਪ ਹੈ ਬ੍ਰਾਈਡ ਗਰੂਮ। ਉਹ ਆਉਂਦੇ ਨੇ ਸਦਗਤੀ ਕਰਨ। ਤੁਸੀਂ ਬੱਚਿਆਂ ਦਾ ਸ਼ਿੰਗਾਰ ਕਰਦੇ ਨੇ। ਤੁਹਾਨੂੰ ਡਬਲ ਇੰਜਨ ਮਿਲੀ ਹੈ। ਰੌਲਸ ਰਾਇਲ ਵਿੱਚ ਗੱਡੀ ਦਾ ਨਾਮ ਹੈ। ਉਹਦੇ ਵਿੱਚ ਇੰਜਨ ਬੜੀ ਚੰਗੀ ਹੁੰਦੀ ਹੈ। ਬਾਪ ਵੀ ਅਜਿਹਾ ਹੈ। ਕਹਿੰਦੇ ਨੇ ਪਤਿਤ ਪਾਵਨ ਆਓ, ਆ ਕੇ ਪਾਵਨ ਬਣਾ ਕੇ ਨਾਲ ਲੈ ਜਾਓ। ਤੁਸੀਂ ਸਭ ਸ਼ਾਂਤੀ ਵਿੱਚ ਬੈਠੇ ਹੋ, ਕੋਈ ਝਾਂਝ ਨਹੀਂ ਵਜਾਉਂਦੇ, ਤਕਲੀਫ ਦੀ ਕੋਈ ਗੱਲ ਨਹੀਂ। ਚੱਲਦੇ ਫਿਰਦੇ ਬਾਪ ਨੂੰ ਯਾਦ ਕਰਦੇ ਰਹੋ। ਜੋ ਮਿਲੇ ਉਸ ਨੂੰ ਰਸਤਾ ਦੱਸਦੇ ਰਹੋ। ਬਾਪ ਕਹਿੰਦੇ ਨੇ ਮੇਰੇ ਜਾਂ ਸ਼੍ਰੀ ਲਕਸ਼ਮੀ ਨਾਰਾਇਣ ਰਾਧੇ ਕ੍ਰਿਸ਼ਨ ਦੇ ਜੋ ਭਗਤ ਨੇ, ਉਹਨਾਂ ਨੂੰ ਵੀ ਇਹ ਦਾਨ ਦੇਣਾ ਹੈ, ਵਿਅਰਥ ਨਹੀਂ ਗਵਾਣਾ। ਦਾਨ ਹਮੇਸ਼ਾ ਪਾਤਰ ਨੂੰ ਦਿੱਤਾ ਜਾਂਦਾ ਹੈ। ਪਤਿਤ ਮਨੁੱਖ ਪਤਿਤ ਨੂੰ ਦਾਨ ਦਿੰਦੇ ਨੇ। ਬਾਪ ਹੈ ਸਰਵ ਸ਼ਕਤੀਵਾਨ। ਤੁਸੀਂ ਉਹਨਾਂ ਤੋਂ ਸ਼ਕਤੀ ਲੈ ਕੇ ਉੱਤਮ ਬਣ ਰਹੇ ਹੋ। ਰਾਵਣ ਜਦੋਂ ਆਉਂਦਾ ਹੈ, ਉਸ ਸਮੇਂ ਸੰਗਮ ਹੁੰਦਾ ਹੈ ਤ੍ਰੇਤਾ ਤੇ ਦੁਆਪਰ ਦਾ, ਔਰ ਇਹ ਸੰਗਮ ਹੈ ਕਲਯੁਗ ਤੇ ਸਤਯੁਗ ਦਾ। ਗਿਆਨ ਕਿੰਨਾ ਸਮੇਂ, ਭਗਤੀ ਕਿੰਨਾ ਸਮਾਂ ਚੱਲਦੀ ਹੈ, ਇਹ ਸਭ ਗੱਲਾਂ ਸਮਝ ਕੇ ਫਿਰ ਸਮਝਾਉਣੀਆਂ ਨੇ। ਮੁੱਖ ਗੱਲ ਹੈ ਬੇਹੱਦ ਦੇ ਬਾਪ ਨੂੰ ਯਾਦ ਕਰੋ। ਜਦੋਂ ਬੇਹੱਦ ਦਾ ਬਾਪ ਆਉਂਦੇ ਨੇ, ਵਿਨਾਸ਼ ਵੀ ਹੁੰਦਾ ਹੈ। ਮਹਾਭਾਰਤ ਲੜਾਈ ਕਦੋਂ ਲੱਗੀ? ਜਦੋਂ ਭਗਵਾਨ ਨੇ ਰਾਜਯੋਗ ਸਿਖਾਇਆ ਸੀ। ਸਮਝ ਵਿੱਚ ਆਉਂਦਾ ਹੈ ਨਵੀਂ ਦੁਨੀਆ ਦਾ ਆਦਿ, ਪੁਰਾਣੀ ਦੁਨੀਆ ਦਾ ਅੰਤ, ਅਰਥਾਤ ਵਿਨਾਸ਼ ਹੋਣਾ ਹੀ ਹੈ। ਦੁਨੀਆ ਘੋਰ ਹਨੇਰੇ ਵਿੱਚ ਪਈ ਹੈ, ਉਸ ਨੂੰ ਜਗਾਣਾ ਹੀ ਹੈ। ਅੱਧਾ ਕਲਪ ਤੋਂ ਸੋਏ ਪਏ ਨੇ। ਬਾਪ ਸਮਝਾਉਂਦੇ ਨੇ ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ, ਭਾਈ ਭਾਈ ਦੀ ਦ੍ਰਿਸ਼ਟੀ ਰੱਖੋ। ਜਦੋਂ ਤੁਸੀਂ ਕਿਸੇ ਨੂੰ ਗਿਆਨ ਦਿਓਗੇ, ਤੁਹਾਡੀ ਬਾਣੀ ਵਿੱਚ ਤਾਕਤ ਆਏਗੀ। ਆਤਮਾ ਹੀ ਪਾਵਨ ਤੇ ਆਤਮਾ ਹੀ ਪਤਿਤ ਬਣਦੀ ਹੈ। ਆਤਮਾ ਪਾਵਨ ਬਣੇ, ਸਰੀਰ ਵੀ ਪਾਵਨ ਮਿਲੇ, ਹੁਣ ਮਿਲ ਨਹੀਂ ਸਕਦਾ। ਪਾਵਨ ਸਭ ਨੂੰ ਬਣਨਾ ਹੈ, ਕੋਈ ਯੋਗ ਬਲ ਨਾਲ, ਕੋਈ ਸਜਾਵਾਂ ਨਾਲ। ਮਿਹਨਤ ਹੈ ਯਾਦ ਦੀ, ਯਾਤਰਾ ਦੀ। ਬਾਬਾ ਪ੍ਰੈਕਟਿਸ ਵੀ ਕਰਾਉਂਦੇ ਰਹਿੰਦੇ ਨੇ। ਕਿਤੇ ਵੀ ਜਾਓ ਬਾਬਾ ਦੀ ਯਾਦ ਵਿੱਚ ਜਾਓ। ਜਿਵੇਂ ਪਾਦਰੀ ਲੋਕ ਕ੍ਰਾਈਸਟ ਦੀ ਯਾਦ ਵਿੱਚ ਜਾਂਦੇ ਨੇ ਸ਼ਾਂਤੀ ਨਾਲ, ਤੇ ਕ੍ਰਾਈਸਟ ਨੂੰ ਹੀ ਯਾਦ ਕਰਦੇ ਨੇ। ਭਾਰਤ ਵਾਸੀ ਤਾਂ ਅਨੇਕਾਂ ਨੂੰ ਯਾਦ ਕਰਦੇ ਨੇ। ਬਾਪ ਕਹਿੰਦੇ ਨੇ ਇੱਕ ਦੇ ਸਿਵਾਏ ਹੋਰ ਕਿਸੇ ਨੂੰ ਯਾਦ ਨਾ ਕਰੋ। ਬੇਹੱਦ ਦੀ ਬਾਪ ਤੋਂ ਅਸੀਂ ਮੁਕਤੀ, ਜੀਵਨ ਮੁਕਤੀ ਦੇ ਹੱਕਦਾਰ ਬਣਦੇ ਹਾਂ। ਸੈਕਿੰਡ ਵਿੱਚ ਜੀਵਨ ਮੁਕਤੀ ਮਿਲਦੀ ਹੈ। ਸਤਯੁਗ ਵਿੱਚ ਸਭ ਜੀਵਨ ਮੁਕਤੀ ਵਿੱਚ ਸੀ, ਕਲਯੁਗ ਵਿੱਚ ਸਭ ਜੀਵਨ ਬੰਦ ਵਿੱਚ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਇਹ ਸਭ ਗੱਲਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ। ਬੱਚੇ ਫਿਰ ਬਾਪ ਦਾ ਸ਼ੋਅ ਕਰਦੇ ਨੇ। ਬੇਹੱਦ ਦਾ ਬਾਪ ਵਰਸਾ ਦੇਣ ਆਇਆ ਹੈ। ਤੁਹਾਡਾ ਫਰਜ਼ ਹੈ ਮਨੁੱਖ ਮਾਤਰ ਨੂੰ ਇਹ ਸਭ ਪੈਗਾਮ ਦੇਣਾ ਕਿ ਇਹ ਪੁਰਸ਼ੋਤਮ ਸੰਗਮ ਯੁੱਗ ਹੈ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਆਇਆ ਹੈ। ਉਹ ਕਹਿ ਰਹੇ ਨੇ ਮਮੇਕਮ ਯਾਦ ਕਰੋ,
ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਪਾਪ ਘਟ ਜਾਣਗੇ। ਇਹ ਹੈ ਸੱਚੀ ਗੀਤਾ ਜੋ ਬਾਪ ਹੀ ਸਿਖਾਉਂਦੇ ਨੇ। ਮਨੁੱਖ ਮੱਤ ਨਾਲ ਗਿਰੇ ਹੋ, ਹੁਣ ਈਸ਼ਵਰ ਮੱਤ ਨਾਲ ਤੁਸੀਂ ਵਰਸਾਂ ਲੈ ਰਹੇ ਹੋ। ਮੂਲ ਗੱਲ ਹੈ ਚਲਦੇ ਫਿਰਦੇ ਉੱਠਦੇ ਬੈਠਦੇ ਬਾਬਾ ਨੂੰ ਯਾਦ ਕਰਦੇ ਰਹੋ। ਸਭ ਨੂੰ ਬਾਪ ਦਾ ਪਰਿਚੈ ਦਿਓ। ਬੈਜ ਤੁਹਾਡੇ ਕੋਲ ਹੈ, ਫਰੀ ਦੇਣ ਵਿੱਚ ਹਰਜਾ ਨਹੀਂ, ਪਰ ਪਾਤਰ ਦੇਖ ਕੇ ਦੇਣਾ ਹੈ। ਬਾਪ ਬੱਚਿਆਂ ਨੂੰ ਉਲਾਨਾ ਦਿੰਦੇ ਨੇ, ਤੁਸੀਂ ਆਪਣੇ ਲੌਕਿਕ ਬਾਪ ਨੂੰ ਯਾਦ ਕਰਦੇ ਹੋ, ਪਰ ਮੁਝ ਪਾਰਲੌਕਿਕ ਬਾਪ ਨੂੰ ਕਿਉਂ ਭੁੱਲ ਜਾਂਦੇ ਹੋ? ਲੱਜਾ ਨਹੀਂ ਆਉਂਦੀ? ਤੁਸੀਂ ਹੀ ਪਵਿੱਤਰ ਪ੍ਰਵਿਰਤੀ ਮਾਰਗ ਗ੍ਰਸਤ ਵਿਵਹਾਰ ਵਿੱਚ ਸੀ, ਹੁਣ ਫਿਰ ਤੁਹਾਨੂੰ ਬਣਨਾ ਹੈ। ਤੁਸੀਂ ਹੋ ਭਗਵਾਨ ਦੇ ਸੌਦਾਗਰ। ਆਪਣੇ ਅੰਦਰ ਦੇਖੋ, ਬੁੱਧੀ ਕਿਤੇ ਭਟਕਦੀ ਤਾਂ ਨਹੀਂ ਹੈ। ਬਾਪ ਨੂੰ ਕਿੰਨਾ ਸਮੇਂ ਯਾਦ ਕੀਤਾ? ਬਾਬਾ ਕਹਿਣ ਹੋਰ ਸੰਗ ਤੋੜ ਇੱਕ ਸੰਗ ਜੋੜੋ, ਭੁੱਲ ਨਹੀਂ ਕਰਨੀ। ਇਹ ਵੀ ਸਮਝਾਇਆ ਹੈ ਭਾਈ ਭਾਈ ਦੀ ਦ੍ਰਿਸ਼ਟੀ ਨਾਲ ਦੇਖੋ, ਤਦੇ ਨਹੀਂ ਦੇਖੋਗੇ। ਦ੍ਰਿਸ਼ਟੀ ਵਿਗੜੇਗੀ ਨਹੀਂ, ਮੰਜ਼ਿਲ ਹੈ ਨਾ। ਇਹ ਗਿਆਨ ਤੁਹਾਨੂੰ ਹੁਣ ਮਿਲਦਾ ਹੈ। ਭਾਈ ਭਾਈ ਸਭ ਕਹਿੰਦੇ ਨੇ, ਮਨੁੱਖ ਕਹਿੰਦੇ ਨੇ ਬ੍ਰਦਰਹੁੱਡ। ਇਹ ਤਾਂ ਠੀਕ ਹੈ, ਪਰਮ ਪਿਤਾ ਪਰਮਾਤਮਾ ਦੀ ਅਸੀਂ ਸੰਤਾਨ ਹਾਂ। ਫਿਰ ਇੱਥੇ ਕਿਉਂ ਬੈਠੇ ਹੋ? ਬਾਪ ਸਵਰਗ ਦੀ ਸਥਾਪਨਾ ਕਰਦੇ ਨੇ। ਐਵੇਂ ਸਮਝਾਉਂਦੇ ਉਨਤੀ ਨੂੰ ਪ੍ਰਾਪਤ ਕਰਦੇ ਰਹੋ। ਬਾਪ ਨੂੰ ਸਰਵਿਸੇਬਲ ਬੱਚੀਆਂ ਬਹੁਤ ਚਾਹੀਦੀਆਂ ਨੇ। ਸੈਂਟਰ ਖੁੱਲ੍ਹਦੇ ਜਾਂਦੇ ਨੇ। ਬੱਚਿਆਂ ਨੂੰ ਸ਼ੌਕ ਹੈ, ਸਮਝਦੇ ਨੇ ਬਹੁਤਿਆਂ ਦਾ ਕਲਿਆਣ ਹੋਏਗਾ, ਪਰ ਸੰਭਾਲਣ ਵਾਲੀਆਂ ਟੀਚਰ ਵੀ ਤਾਂ ਮਹਾਰਥੀ ਚਾਹੀਦੀਆਂ ਨੇ। ਟੀਚਰ ਵੀ ਨੰਬਰਵਾਰ ਨੇ। ਬਾਪ ਕਹਿੰਦੇ ਨੇ ਜਿੱਥੇ ਸ਼੍ਰੀ ਲਕਸ਼ਮੀ ਨਾਰਾਇਣ ਦਾ ਮੰਦਰ ਹੋਵੇ, ਜਿੱਥੇ ਸ਼ਿਵ ਦਾ ਮੰਦਿਰ ਹੋਵੇ, ਗੰਗਾ ਦਾ ਕੰਠਾ ਹੋਵੇ, ਜਿੱਥੇ ਬਹੁਤ ਭੀੜ ਹੁੰਦੀ ਹੈ, ਉੱਥੇ ਜਾ ਕੇ ਸਰਵਿਸ ਕਰਨੀ ਚਾਹੀਦੀ ਹੈ। ਸਮਝਾਓ, ਭਗਵਾਨ ਕਹਿੰਦੇ ਨੇ ਕਾਮ ਮਹਾ ਸ਼ਤਰੂ ਹੈ। ਤੁਸੀਂ ਸ਼੍ਰੀਮਤ ਪ੍ਰਮਾਨ ਸਰਵਿਸ ਕਰਦੇ ਰਹੋ। ਇਹ ਤੁਹਾਡਾ ਈਸ਼ਵਰੀ ਪਰਿਵਾਰ ਹੈ। ਇੱਥੇ 7 ਦਿਨ ਭੱਠੀ ਵਿੱਚ ਆ ਕੇ ਪਰਿਵਾਰ ਦੇ ਨਾਲ ਰਹਿੰਦੇ। ਤੁਸੀਂ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਜਿਸ ਤੋਂ ਅਸੀਂ ਪਦਮਾ ਪਦਮ ਭਾਗਿਆਸ਼ਾਲੀ ਬੰਦੇ ਹਾਂ। ਦੁਨੀਆ ਨਹੀਂ ਜਾਣਦੀ, ਭਗਵਾਨ ਵੀ ਪੜ੍ਹਾ ਸਕਦੇ ਨੇ। ਇੱਥੇ ਤੁਸੀਂ ਪੜ੍ਹਦੇ ਹੋ, ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਉੱਚੇ ਤੇ ਉੱਚੇ ਜਾਣ ਦੇ ਲਈ ਪੜ੍ਹ ਰਹੇ ਹਾਂ। ਕਿੰਨਾ ਫਰਾਕ ਦਿਨ ਹੋਣਾ ਚਾਹੀਦਾ ਹੈ। ਬਾਪ ਦੇ ਉੱਪਰ ਤੁਸੀਂ ਕਰਜ਼ ਚੜ੍ਹਾਉਂਦੇ ਹੋ। ਈਸ਼ਵਰ ਅਰਥ ਜੋ ਦਿੰਦੇ ਹੋ, ਦੂਜੇ ਜਨਮ ਵਿੱਚ ਇਸ ਦਾ ਰਿਟਰਨ ਲੈਂਦੇ ਹੋ ਨਾ। ਬਾਬਾ ਨੂੰ ਤੁਸੀਂ ਸਭ ਕੁਝ ਦਿੱਤਾ, ਬਾਬਾ ਨੂੰ ਵੀ ਤਾਂ ਸਭ ਕੁਝ ਦੇਣਾ ਪਏਗਾ ਨਾ। ਮੈਂ ਬਾਬਾ ਨੂੰ ਦਿੱਤਾ, ਇਹ ਕਦੇ ਖਿਆਲ ਨਹੀਂ ਆਉਣਾ ਚਾਹੀਦਾ। ਬਹੁਤਿਆਂ ਦੇ ਅੰਦਰ ਚੱਲਦਾ ਹੈ, ਸਾਨੂੰ ਇੰਨਾ ਦਿੱਤਾ, ਅਸੀਂ ਇੰਨਾ ਦਿੱਤਾ, ਸਾਨੂੰ ਸਾਡੀ ਖਾਤਰੀ ਕਿਉਂ ਨਹੀਂ ਹੋਈ? ਤੁਸੀਂ ਤਾਂ ਚਾਵਲ ਮੁੱਠੀ ਦੇ ਕੇ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਾਬਾ ਤਾਂ ਦਾਤਾ ਹੈ ਨਾ। ਰਾਜਾ ਲੋਕ ਰਾਇਲ ਹੁੰਦੇ ਨੇ ਪਹਿਲੇ ਜਦੋਂ ਮੁਲਾਕਾਤ ਹੁੰਦੀ ਹੈ, ਫਿਰ ਨਜ਼ਰਾਨਾ ਦਿੰਦੇ ਨੇ, ਕਦੇ ਹੱਥ ਵਿੱਚ ਨਹੀਂ ਲੈਣਗੇ, ਸੈਕਟਰੀ ਦੀ ਤਰਫ ਇਸ਼ਾਰਾ ਕਰਨਗੇ। ਸ਼੍ਰੀ ਬਾਬਾ ਤਾਂ ਦਾਤਾ ਹੈ, ਉਹ ਕਿਵੇਂ ਲੈਵੇਗਾ? ਉਹ ਤਾਂ ਬੇਹੱਦ ਦਾ ਬਾਪ ਹੈ। ਇਹਨਾਂ ਦੇ ਅੱਗੇ ਤੁਸੀਂ ਨਜ਼ਰਾਨਾ ਰੱਖਦੇ ਹੋ, ਪਰ ਬਾਬਾ ਰਿਟਰਨ ਵਿੱਚ 100 ਗੁਣਾ ਦੇਣਗੇ। ਮੈਂ ਦਿੱਤਾ, ਇਹ ਖਿਆਲ ਕਦੇ ਨਹੀਂ ਆਉਣਾ ਚਾਹੀਦਾ। ਹਮੇਸ਼ਾ ਸਮਝੋ ਅਸੀਂ ਤਾਂ ਲੈਂਦੇ ਹਾਂ। ਉੱਥੇ ਤੁਸੀਂ ਪਦਮਪਤੀ ਬਣੋਗੇ। ਤੁਸੀਂ ਪ੍ਰੈਕਟੀਕਲ ਵਿੱਚ ਪਦਮਾ ਪਦਮ ਭਾਗਿਆਸ਼ਾਲੀ ਬਣਦੇ ਹੋ। ਤੁਸੀਂ ਬੱਚੇ ਫਰਾਕ ਦਿਲ ਵੀ ਹੋ। ਕਈ ਮਨਹੂਸ ਵੀ ਨੇ, ਕੰਜੂਸ ਵੀ ਨੇ, ਸਮਝਦੇ ਨਹੀਂ ਕਿ ਅਸੀਂ ਪਦਮਾ ਪਦਮਪਤੀ ਬਣਦੇ ਹਾਂ। ਅਸੀਂ ਬਹੁਤ ਸੁਖੀ ਬਣਦੇ ਹਾਂ ਜਦੋਂ ਪਰਮਾਤਮਾ ਬਾਪ ਗੈਰ ਹਾਜ਼ਰ ਹੈ। ਇਨਡਾਇਰੈਕਟ ਅਲੱਗ ਕਾਲ ਦੇ ਲਈ ਫਲ ਦਿੰਦੇ ਨੇ, ਜਦੋਂ ਹਾਜ਼ਰ ਹੈ ਤਾਂ 21 ਜਨਮਾਂ ਦੇ ਲਈ ਦਿੰਦੇ ਨੇ। ਇਹ ਗਾਇਆ ਹੋਇਆ ਹੈ ਸ਼੍ਰੀ ਬਾਬਾ ਦਾ ਭੰਡਾਰਾ ਭਰਪੂਰ। ਦੇਖੋ 1.5 ਬੱਚੇ ਨੇ, ਕਿਸੇ ਨੂੰ ਇਹ ਪਤਾ ਨਹੀਂ ਕੌਣ ਕੀ ਦਿੰਦਾ ਹੈ। ਬਾਪ ਜਾਣੇ, ਬਾਪ ਦੀ ਗੋਥਰੀ ਜਾਣੇ, ਯਾਨੀ ਬ੍ਰਹਮਾ ਜਾਣੇ। ਜਿਨ੍ਹਾਂ ਵਿੱਚ ਬਾਪ ਰਹਿੰਦੇ ਨੇ ਬਿਲਕੁਲ ਸਾਧਾਰਨ। ਕਈ ਬੱਚੇ ਇੱਥੋਂ ਬਾਹਰ ਨਿਕਲਦੇ ਨੇ ਤਾਂ ਨਸ਼ਾ ਗੁੰਮ ਹੋ ਜਾਂਦਾ ਹੈ।
ਗਿਆਨਯੋਗ ਨਹੀਂ ਤਾਂ ਖਿਟਪਿਟ ਰਹਿੰਦੀ ਹੈ। ਚੰਗੇ ਚੰਗੇ ਬੱਚਿਆਂ ਨੂੰ ਵੀ ਮਾਇਆ ਹਰਾ ਦਿੰਦੀ ਹੈ, ਬੇਮੁਖ ਕਰ ਦਿੰਦੀ ਹੈ। ਸ਼੍ਰੀ ਬਾਬਾ ਜਿਨ੍ਹਾਂ ਕੋਲ ਤੁਸੀਂ ਆਉਂਦੇ ਹੋ ਉਹਨਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ। ਅੰਦਰ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਉਹ ਦਿਨ ਆਇਆ ਅੱਜ, ਆਖਿਰ ਉਹ ਦਿਨ ਆਇਆ ਅੱਜ, ਜਿਸ ਦੇ ਲਈ ਕਹਿੰਦੇ ਸੀ ਕਿ ਤੁਸੀਂ ਆਓਗੇ ਤਾਂ ਅਸੀਂ ਤੁਹਾਡਾ ਹੀ ਬਣਾਂਗੇ। ਭਗਵਾਨ ਆ ਕੇ ਹੁਣ ਅਡੋਪਟ ਕਰਦੇ ਨੇ ਤਾਂ ਕਿੰਨਾ ਖੁਸ਼ ਨਸੀਬ ਕਹਾਂਗੇ, ਕਿੰਨਾ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਪਰ ਮਾਇਆ ਘੜੀ ਘੜੀ ਖੁਸ਼ੀ ਗਵਾ ਦਿੰਦੀ ਹੈ। ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਭਗਵਾਨ ਨੇ ਸਾਨੂੰ ਅਡੋਪਟ ਕੀਤਾ ਹੈ। ਉਹ ਸਾਨੂੰ ਟੀਚਰ ਬਣ ਕੇ ਪੜ੍ਹਾ ਰਹੇ ਨੇ। ਆਪਣੇ ਪਦਮਾ ਪਦਮ ਭਾਗਯ ਦਾ ਸਿਮਰਨ ਕਰ ਖੁਸ਼ੀ ਵਿੱਚ ਰਹਿਣਾ ਹੈ। ਦੂਜਾ, ਅਸੀਂ ਆਤਮਾ ਭਾਈ ਭਾਈ ਹਾਂ। ਇਹ ਦ੍ਰਿਸ਼ਟੀ ਪੱਕੀ ਕਰਨੀ ਹੈ। ਦੇਹ ਨੂੰ ਨਹੀਂ ਦੇਖਣਾ ਹੈ। ਭਗਵਾਨ ਤੋਂ ਸੌਦਾ ਕਰਨ ਤੋਂ ਬਾਅਦ ਫਿਰ ਬੁੱਧੀ ਨੂੰ ਭਟਕਾਣਾ ਨਹੀਂ ਹੈ। ਵਰਦਾਨ ਹੈ ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਨਾਲ, ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਨਾਲ ਅਵਿਨਾਸ਼ੀ ਸਨੇਹ ਸਹਿਯੋਗ ਪ੍ਰਾਪਤ ਕਰਨ ਵਾਲੀਆਂ ਸ੍ਰੇਸ਼ਟ ਆਤਮਾ ਭਵ। ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਨਾਲ ਅਵਿਨਾਸ਼ੀ ਸਨੇਹ ਸਹਿਯੋਗ ਪ੍ਰਾਪਤ ਕਰਨ ਵਾਲੀਆਂ ਸ੍ਰੇਸ਼ਟ ਆਤਮਾ ਭਵ। ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਤੁਸੀਂ ਬੱਚਿਆਂ ਨੂੰ ਡਬਲ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇੱਕ ਬਾਪ ਦੁਆਰਾ ਸਰਵ ਸੰਬੰਧ, ਦੂਜਾ ਦੇਵੀ ਪਰਿਵਾਰ ਦੁਆਰਾ ਸੰਬੰਧ। ਇਸ ਸੰਬੰਧ ਨਾਲ ਸਦਾ ਨਿਸਵਾਰਥ ਸਨੇਹ, ਅਵਿਨਾਸ਼ੀ ਸਨੇਹ ਸਹਿਯੋਗ ਸਦਾ ਪ੍ਰਾਪਤ ਹੁੰਦਾ ਰਹਿੰਦਾ ਹੈ। ਤੁਹਾਡੇ ਕੋਲ ਸੰਬੰਧ ਦੀ ਸ਼ਕਤੀ ਹੈ। ਅਜਿਹੇ ਸ੍ਰੇਸ਼ਟ ਅਲੌਕਿਕ ਜੀਵਨ ਵਾਲੀਆਂ ਸ਼ਕਤੀ ਸੰਪੰਨ ਵਰਦਾਨੀ ਆਤਮਾਵਾਂ ਹੋ। ਇਸ ਲਈ ਅਰਜ਼ੀ ਕਰਨ ਵਾਲੇ ਨਹੀਂ, ਸਦਾ ਰਾਜੀ ਰਹਿਣ ਵਾਲੇ ਬਣੋ। ਸਲੋਗਨ ਹੈ, ਕੋਈ ਵੀ ਪਲਾਨ ਵਿਦੇਹੀ ਸਾਕਸ਼ੀ ਬਣ ਕੇ ਸੋਚੋ ਤਾਂ ਸੈਕਿੰਡ ਵਿੱਚ ਪਲੇਨ ਸਥਿਤੀ ਬਣਾਉਂਦੇ ਚਲੋ। ਕੋਈ ਵੀ ਪਲਾਨ ਵਿਦੇਹੀ ਸਾਕਸ਼ੀ ਬਣ ਸੋਚੋ ਤੇ ਸੈਕਿੰਡ ਵਿੱਚ ਪਲੇਨ ਸਥਿਤੀ ਬਣਾਉਂਦੇ ਚਲੋ। ਅੱਛਾ, ਓਮ ਸ਼ਾਂਤੀ।